ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਆਪਾਂ ਗੱਲ ਕਰਦੇ ਹਾਂ ਪੰਜਾਬ ਪੁਲਿਸ ਸਬ ਇੰਸਪੈਕਟਰ ਦੇ 22 ਅਗਸਤ 2021 ਨੂੰ ਜੋ ਐਗਜ਼ਾਮ ਹੋਇਆ ਪੇਪਰ 1 ਐਂਡ ਪੇਪਰ 2 ਦੀ। ਪਹਿਲਾਂ ਆਪਾਂ ਗੱਲ ਕਰਾਂਗੇ ਪੇਪਰ 1 ਦੀ। ਪੇਪਰ 1 ਦੇ ਵਿੱਚ ਆਪਾਂ ਦੇਖਾਂਗੇ ਪੰਜਾਬੀ 'ਚ ਉਹੀ ਪੈਟਰਨ ਸੇਮ ਫੋਲੋ ਹੋ ਰਿਹਾ। ਇੱਕ ਪੈਰਾ ਆ ਰਿਹਾ ਅਤੇ ਉਹਦੇ 'ਚੋਂ ਤੁਸੀਂ ਕੁਐਸਚਨ ਲੱਭ ਕੇ 5 ਕੁਐਸਚਨ ਤੁਸੀਂ ਕਰਨੇ ਨੇ। ਅਤੇ ਉਸ ਤੋਂ ਬਾਅਦ ਟਰਾਂਸਲੇਸ਼ਨ ਆ ਰਹੀ ਹੈ। ਕੋਈ ਵਰਡ ਇੰਗਲਿਸ਼ 'ਚ ਦਿੱਤੇ ਹੋਏ ਨੇ, ਤੁਸੀਂ ਉਹਨਾਂ ਨੂੰ ਟਰਾਂਸਲੇਟ ਕਰਨਾ ਹੈ ਪੰਜਾਬੀ ਦੇ ਵਿੱਚ। ਉਸ ਤੋਂ ਬਾਅਦ ਵਿਰੋਧੀ ਸ਼ਬਦ ਆ ਰਹੇ ਨੇ, ਸ਼ੁੱਧ ਸ਼ਬਦ ਆ ਰਹੇ ਨੇ, ਮੁਹਾਵਰੇ ਆ ਰਹੇ ਨੇ ਅਤੇ 20 ਚੋਂ 20 ਸਾਰੇ ਬੱਚੇ ਕਰਕੇ ਆ ਰਹੇ ਨੇ ਕਿਉਂਕਿ ਇਹ ਈਜ਼ੀ ਪਾਰਟ ਆ ਰਿਹਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਪੇਪਰ 1 ਦੇ ਵਿੱਚ GS ਦੀ, ਜਿਸ ਦਾ ਲੈਵਲ ਬਹੁਤ ਟਫ ਆ ਰਿਹਾ। ਪੋਲਿਟੀ ਦੇ ਵਿੱਚ 10 ਤੋਂ 12 ਕੁਐਸਚਨ ਪੁੱਛੇ ਜਾ ਰਹੇ ਨੇ, ਜਿਹਦੇ ਵਿੱਚ ਉਹਨਾਂ ਨੇ ਆਰਟੀਕਲ, ਅਮੈਂਡਮੈਂਟ ਅਤੇ ਸ਼ਡਿਊਲ 'ਤੇ ਕੁਐਸਚਨ ਆ ਰਹੇ ਨੇ। ਅਤੇ ਇਸ ਵਾਰ ਇਹਨਾਂ ਨੇ ਸ਼ਡਿਊਲ 'ਤੇ ਕੁਐਸਚਨ ਪੁੱਛਿਆ ਸਟੇਟ ਐਂਡ ਯੂਟੀ ਦਾ, ਕਿ ਸਟੇਟ ਐਂਡ ਯੂਟੀ ਕਿਹੜੇ ਸ਼ਡਿਊਲ ਦੇ ਵਿੱਚ ਲਾਈ ਕਰਦੇ ਨੇ। ਹਿਸਟਰੀ ਦੇ ਵਿੱਚ ਕੁਐਸਚਨ ਪੁੱਛ ਰਹੇ ਨੇ, ਇਹ ਕਾਂਗਰਸ ਪਾਰਟੀ ਰਿਲੇਟਡ ਕੁਐਸਚਨ ਪੁੱਛ ਰਹੇ ਨੇ। ਅਤੇ ਹੋ ਸਕਦਾ ਇਹਨਾਂ ਨੇ ਇਹ ਕੁਐਸਚਨ ਪੁੱਛਿਆ ਹੋਵੇ ਕਿ ਕਾਂਗਰਸ ਪਾਰਟੀ ਨੂੰ ਕਿਹਨੇ ਫਾਊਂਡ ਕਰਿਆ ਸੀ, ਉਹਦਾ ਫਾਊਂਡਰ ਕੌਣ ਸੀ, ਕਦੋਂ ਫਾਊਂਡ ਹੋਈ ਸੀ, ਜਾਂ ਇਹਨਾਂ ਦੇ ਸੈਸ਼ਨ ਕਿਸ ਟਾਈਮ ਹੋਏ ਸੀ ਬ੍ਰਿਟਿਸ਼ ਪੀਰੀਅਡ ਦੇ ਵਿੱਚ। ਅਤੇ ਬੁੱਕਸ ਐਂਡ ਔਥਰ ਪੁੱਛ ਰਹੇ ਨੇ ਬੱਚੇ। ਜਿਹੜੇ ਬੁੱਕਸ ਐਂਡ ਔਥਰ ਹੈ ਲੇਟੈਸਟ ਨਹੀਂ ਪੁੱਛ ਰਹੇ, ਜਿਵੇਂ ਕਿ ਕਦੀ ਆਟੋਬਾਇਓਗ੍ਰਾਫੀ ਪੁੱਛ ਲੈਂਦੇ ਕਿਸੇ ਦੀ ਬਾਇਓਗ੍ਰਾਫੀ ਪੁੱਛ ਲੈਂਦੇ ਨੇ, ਜਾਂ ਹਿਸਟਰੀ 'ਚ ਜਿਵੇਂ ਤੁਝ ਕੇ ਬਾਬਰੀ ਹੈ ਨਾ, ਇਹ ਕਿਹਦੇ ਨੇ ਲਿਖੀ ਹੋਈ ਹੈ, ਜਾਂ ਅਰਿਸਟੋਟਲ ਦੀ ਬੁੱਕ ਕਿਹੜੀ ਹੈ। ਅਤੇ ਇਸ ਤਰ੍ਹਾਂ ਦੇ ਬੁੱਕਸ ਐਂਡ ਔਥਰ 'ਤੇ ਇਸ ਤਰ੍ਹਾਂ ਦਾ ਲੈਵਲ ਆ ਰਿਹਾ, ਮਤਲਬ ਪੁਰਾਣੇ ਪੁੱਛ ਰਹੇ ਨੇ ਹਿਸਟਰੀ ਵਾਲੇ। ਅਤੇ ਕਰੰਟ ਅਫੇਅਰ ਵਿੱਚ ਉਹੀ ਕੁਐਸਚਨ ਰਿਪੀਟ ਹੋਇਆ ਜਦੋਂ ਲਾਸਟ ਟਾਈਮ ਕਰਵਾਇਆ ਸੀ ਮੈਨੇ, ਕਿ ਗੋਲਡ ਮੈਡਲ ਵਿਨਰ ਕਿਹੜਾ ਸੀ ਬਾਕਸਿੰਗ ਦੇ ਵਿੱਚ 2020 ਦੇ ਵਿੱਚ, ਹੈ ਨਾ। ਇਹ ਕੁਐਸਚਨ ਰਿਪੀਟ ਹੋਇਆ। ਇਕਨੋਮਿਕਸ 'ਚ ਵੀ ਇੱਕ ਕੁਐਸਚਨ ਆਇਆ ਅਤੇ ਬੈਂਕ ਰਿਲੇਟਡ ਕੁਐਸਚਨ ਹੈ, ਕੋਈ ਟਰਮ ਪੁੱਛੀ ਸੀ ਇਹਨਾਂ ਨੇ। ਅਤੇ ਜਨਰਲ ਸਾਇੰਸ ਦੇ ਵਿੱਚ ਫਿਜ਼ਿਕਸ ਅਤੇ ਕੈਮਿਸਟਰੀ ਦੇ ਕੁਐਸਚਨ ਆ ਰਿਹਾ। ਬਾਇਓ 'ਤੇ ਹਾਲੇ ਤੱਕ ਕੋਈ ਕੁਐਸਚਨ ਦੇਖਿਆ ਨਹੀਂ ਸਾਨੇ। ਫਿਜ਼ਿਕਸ ਅਤੇ ਕੈਮਿਸਟਰੀ ਦੇ ਕੁਐਸਚਨ ਆ ਰਹੇ ਨੇ। ਅਤੇ ਕੁਛ ਇਹਦੇ 'ਚ ਗੌਰਮੈਂਟ ਦੀ ਸਕੀਮਸ ਵੀ ਆ ਰਹੀਆਂ ਨੇ, ਜਿਵੇਂ ਕਿ ਲਾਸਟ ਟਾਈਮ ਆਪਾਂ ਦੇਖੇ ਸੀ ਅਟਲ ਪੈਨਸ਼ਨ ਯੋਜਨਾ ਆਈ ਸੀ, ਜਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਆਈ ਸੀ। ਤਾਂ ਤੁਸੀਂ ਸਾਰੀਆਂ ਸਕੀਮਸ ਪੜ੍ਹ ਕੇ ਜਾਣੀ ਹੈ। ਕਈ ਵਾਰ ਪੇਪਰ 'ਚ ਪੁੱਛ ਲੈਂਦੇ ਹੈ। ਇਸ ਸ਼ਿਫਟ 'ਚ ਇਹਨਾਂ ਨੇ ਕੋਈ ਸਕੀਮ ਪੁੱਛੀ ਨਹੀਂ, ਅਤੇ ਲਾਸਟ ਜੋ ਪਿਛਲੀ ਸ਼ਿਫਟ ਸੀ ਉਹਦੇ ਵਿੱਚ ਉਹਨਾਂ ਨੇ ਸਕੀਮਸ ਪੁੱਛ ਰੱਖੀਆਂ ਸੀਗੀਆਂ। ਅਤੇ ਜਿਹੜਾ ਐਥਿਕਸ ਦਾ ਪਾਰਟ ਹੈ ਉਹਦੇ ਵਿੱਚ ਇਹ ਨੋਰਮਲੀ ਜਿਹੜੇ ਕੈਟੇਗਰੀਜ਼ ਨੇ OBC, EWS ਹੈ ਨਾ, ਜਾਂ ਕੋਈ ਬੱਚਿਆਂ ਰਿਲੇਟਡ ਕੋਈ ਸਕੀਮ ਹੈ, ਤਾਂ ਉਹ ਚੀਜ਼ ਪੁੱਛ ਰਹੇ ਨੇ। ਉਹ ਮਤਲਬ ਨੋਰਮਲੀ ਆ ਰਿਹਾ ਕਿ ਤੁਸੀਂ ਆਰਾਮ ਨਾਲ ਗੈਸ ਕਰਕੇ ਆਨਸਰ ਕਰ ਸਕਦੇ ਹੋ। ਉਸ ਤੋਂ ਬਾਅਦ ਗੱਲ ਕਰਦੇ ਹਾਂ ਪੇਪਰ 1 ਵਿੱਚ ਕਮਾਂਡ ਦੀ। 5 ਨੰਬਰ ਦੀ ਸਿੰਪਲੀਫਿਕੇਸ਼ਨ ਆ ਰਹੀ ਹੈ। ਉਹਦੇ 'ਚ 2-3 ਕੁਐਸਚਨ ਬੋਰਡ ਮਾਰਕਸ ਦੇ ਨੇ, 2 ਕੁਐਸਚਨ ਥੋੜ੍ਹੇ ਡਿਫੀਕਲਟ ਰੱਖੇ ਹੋਏ ਨੇ ਇਹਨਾਂ ਨੇ। ਜਿਵੇਂ ਕਿ 3 ਕੁਐਸਚਨ ਤਾਂ ਬੜੇ ਈਜ਼ੀਲੀ ਹੋ ਜਾਂਦੇ ਨੇ, ਤਾਂ 2 ਕੁਐਸਚਨ ਬੜੇ ਥੋੜ੍ਹਾ ਜਿਹਾ ਟਾਈਮ ਕੰਜ਼ਿਊਮਿੰਗ ਨੇ, ਤਾਂ ਤੁਸੀਂ ਉਹ ਦੇਖ ਕੇ ਕਰਿਓ। LCM ਦੇ 2 ਤੋਂ 3 ਕੁਐਸਚਨ ਆ ਰਹੇ ਨੇ। ਸਪੀਡ, ਟਾਈਮ ਐਂਡ ਡਿਸਟੈਂਸ ਦੇ 2 ਕੁਐਸਚਨ ਆ ਰਹੇ ਨੇ। ਅਤੇ ਜਿਵੇਂ ਇਸ 'ਚ ਟ੍ਰੇਨ ਦਾ ਕੋਈ ਕੁਐਸਚਨ ਨਹੀਂ ਆਇਆ, ਅਤੇ ਇਹ ਜਿਵੇਂ ਦੱਸ ਦਿੰਦੇ ਕਿ ਇੱਕ ਪਰਸਨ A ਤੋਂ ਤੁਰ ਕੇ B ਲੈਵਲ ਤੱਕ ਜਾਂਦਾ ਹੈ, ਤਾਂ ਉਸਦੀ ਸਪੀਡ ਇੰਨੀ ਹੈ, ਤਾਂ ਉਹਦਾ ਡਿਸਟੈਂਸ ਪਤਾ ਕਰਨਾ ਹੈ, ਠੀਕ ਹੈ। ਜਾਂ ਫਿਰ ਇਹਨਾਂ ਨੇ ਕੁਐਸਚਨ ਪਾ ਰੱਖੇ ਸੀ ਕਿ A ਅਤੇ B ਦੇ ਸਟੇਸ਼ਨ ਦੇ ਵਿਚਕਾਰ ਦੂਰੀ 10 ਕਿਲੋਮੀਟਰ ਹੈ, ਅਤੇ ਉਹਨਾਂ ਦੀ ਅਲੱਗ-ਅਲੱਗ ਸਪੀਡ ਦੱਸੀ ਹੋਈ ਹੈ, ਅਤੇ ਕਿਸ ਟਾਈਮ 'ਤੇ ਆ ਕੇ ਮਿਲਣਗੇ, ਹੈ ਨਾ। ਐਵੇਂ ਦੇ ਕੁਐਸਚਨ ਆ ਰਹੇ ਨੇ। ਪ੍ਰੋਫਿਟ ਐਂਡ ਲੋਸ 'ਚ 2 ਕੁਐਸਚਨ ਆ ਰਹੇ ਨੇ, ਈਜ਼ੀ ਆ ਰਹੇ ਨੇ। ਟਾਈਮ ਐਂਡ ਵਰਕ 'ਚੋਂ 5 ਕੁਐਸਚਨ ਆਏ ਆ ਅੱਜ ਦੀ ਸ਼ਿਫਟ ਦੇ ਵਿੱਚ। SI ਐਂਡ CI ਤੋਂ 1 ਕੁਐਸਚਨ ਆਇਆ। ਪਰਸੈਂਟੇਜ ਦਾ 1 ਕੁਐਸਚਨ ਆਇਆ। ਰੇਸ਼ੋ ਦੇ 2 ਤੋਂ 3 ਕੁਐਸਚਨ ਆਏ ਨੇ। ਅਤੇ ਮੈਂਸ਼ੂਰੇਸ਼ਨ ਸਭ ਤੋਂ ਵੱਧ ਇਸ ਵਾਰੀ ਪੁੱਛੀ ਗਈ ਹੈ, ਕਿਉਂਕਿ ਸਭ ਤੋਂ ਪਹਿਲਾਂ ਪੁੱਛੀ ਗਈ ਸੀ 17 ਅਗਸਤ ਨੂੰ, 6 ਕੁਐਸਚਨ ਆਏ ਸੀ। ਅੱਜ ਫਿਰ 6 ਤੋਂ 7 ਕੁਐਸਚਨ ਆਏ ਨੇ। ਅਤੇ ਕਮਾਂਡ ਦਾ ਲੈਵਲ ਅੱਛਾ ਹੈ। ਅਤੇ ਅਗਰ ਦੇਖਿਆ ਜਾਵੇ ਕਿ ਜਿਹੜੇ ਬੱਚਿਆਂ ਦੀ ਮੈਂਸ਼ੂਰੇਸ਼ਨ ਥੋੜ੍ਹੀ ਜਿਹੀ ਵੀਕ ਹੈ, ਤਾਂ ਅਗਰ ਉਹਨਾਂ ਦਾ ਇਹ ਪਾਰਟ ਸਕਿਪ ਕਰਕੇ ਵੀ ਦੇਖਿਆ ਜਾਵੇ ਤਾਂ ਈਜ਼ੀਲੀ ਉਹ 20, 21, 22 ਤੱਕ ਸਕੋਰ ਕਰ ਰਹੇ ਨੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਬੱਚੇ ਆਪਾਂ ਪੇਪਰ 2 ਦੀ, ਰੀਜ਼ਨਿੰਗ ਦੀ। ਰੀਜ਼ਨਿੰਗ ਵਿੱਚ ਅੱਜ ਇਹਨਾਂ ਨੇ ਪੁੱਛਿਆ ਲਾਈਨ ਗ੍ਰਾਫ, ਪਾਈ ਚਾਰਟ। 5 ਤੋਂ 6 ਕੁਐਸਚਨ ਆਏ ਨੇ। ਅੱਜ ਦੇ ਸ਼ਿਫਟ ਵਿੱਚ ਬਾਰ ਗ੍ਰਾਫ ਨਹੀਂ ਪੁੱਛਿਆ ਗਿਆ। ਸਟੇਟਮੈਂਟ ਬੇਸਡ ਕੁਐਸਚਨ ਆ ਰਹੇ ਨੇ, ਜਿਵੇਂ ਇੱਕ ਸਟੇਟਮੈਂਟ ਦੇ ਦਿੱਤੀ ਹੈ, ਉਹਦੇ ਕਨਕਲੂਜਨ ਦਿੱਤੇ ਹੋਏ ਨੇ 2। ਤੁਸੀਂ ਦੱਸਣਾ ਹੈ ਕਿ ਇਸ ਸਟੇਟਮੈਂਟ ਦੇ ਅਕੋਰਡਿੰਗਲੀ ਕਨਕਲੂਜਨ ਸਹੀ ਨੇ, ਦੋਨੇ ਸਹੀ ਹੈ, 2 ਗਲਤ ਨੇ, ਇੱਕ ਸਹੀ ਹੈ, ਇੱਕ ਗਲਤ ਹੈ, ਅਤੇ ਤੁਸੀਂ ਉਸ ਦੇ ਅਕੋਰਡਿੰਗਲੀ ਸਟੇਟਮੈਂਟ ਦੇ ਅਕੋਰਡਿੰਗਲੀ ਆਨਸਰ ਦੇਣਾ ਹੈ। ਲੀਗਲ ਰੀਜ਼ਨਿੰਗ ਪੁੱਛੀ ਗਈ ਹੈ, 2 ਤੋਂ 3 ਕੁਐਸਚਨ ਪੁੱਛੇ ਲੀਗਲ ਰੀਜ਼ਨਿੰਗ ਦੇ। ਅਤੇ ਉਸ ਤੋਂ ਬਾਅਦ ਓਡ ਵਨ ਆਊਟ
2 ਤੋਂ 3 ਕੁਐਸਚਨ ਪੁੱਛੇ ਗਏ ਨੇ ਕਿ ਜਿਵੇਂ 4 ਆਪਸ਼ਨਾਂ ਦਿੱਤੀਆਂ ਇਹਨਾਂ 'ਚ 3 ਗਲਤ ਨੇ, 1 ਸਹੀ ਦੱਸੋ, ਜਾਂ 4 ਆਪਸ਼ਨਾਂ 'ਚ 3 ਸਹੀ ਨੇ, 1 ਗਲਤ ਦੱਸਣੀ ਹੈ, ਕਿਹੜੀ ਗਲਤ ਹੈ ਇਹਨਾਂ 'ਚੋਂ, ਹੈ ਨਾ। ਐਵੇਂ ਦੇ ਕੁਐਸਚਨ ਪਾ ਰਹੇ ਨੇ ਓਡ ਵਨ ਆਊਟ ਦੇ ਵਿੱਚ। ਅਤੇ ਆਰਡਰ ਰੈਂਕਿੰਗ 'ਚ ਇੱਕ ਕੁਐਸਚਨ ਆ ਰਿਹਾ, ਜਿਵੇਂ ਕਿ ਇਹ ਪੁੱਛ ਲੈਂਦੇ ਕਿ ਏ ਪਰਸਨ ਫਰੰਟ ਸਾਈਡ ਤੋਂ 18ਵੇਂ ਨੰਬਰ 'ਤੇ ਹੈ, ਤਾਂ ਬੀ ਪਰਸਨ ਸਭ ਤੋਂ ਬੋਟਮ ਤੋਂ 10ਵੇਂ ਨੰਬਰ 'ਤੇ ਹੈ, ਤਾਂ ਸੈਂਟਰ 'ਚ ਸੀ ਪਰਸਨ ਬੈਠਿਆ, ਤਾਂ ਤੁਸੀਂ ਦੱਸਣਾ ਟੋਟਲ ਕਿੰਨੇ ਪਰਸਨ ਨੇ। ਐਵੇਂ ਦੇ ਕੁਐਸਚਨ ਆ ਰਹੇ ਆਰਡਰ ਰੈਂਕਿੰਗ ਦੇ। ਡਾਇਰੈਕਸ਼ਨ 'ਚ 2 ਕੁਐਸਚਨ ਆ ਰਹੇ ਨੇ। ਇੱਕ ਕੁਐਸਚਨ ਤਾਂ ਪੁੱਛ ਰਹੇ ਨੇ ਉਹ ਕਿ ਜਿਵੇਂ ਕਿ ਕੋਈ ਪਰਸਨ ਏ ਹੈ, ਉਹ ਸਾਊਥ ਵੱਲ ਜਾਂਦਾ, ਫਿਰ ਲੈਫਟ ਹੁੰਦਾ, ਰਾਈਟ ਹੁੰਦਾ, ਕਿ ਦੱਸੋ ਜੀ ਕਿਹੜੀ ਪੋਜੀਸ਼ਨ 'ਤੇ ਪਹੁੰਚਿਆ, ਠੀਕ ਹੈ। ਦੱਸਣਾ ਤੁਸੀਂ ਕਿ ਨੌਰਥ ਈਸਟ ਵਿੱਚ ਹੈ, ਸਾਊਥ ਈਸਟ ਵਿੱਚ ਹੈ, ਈਸਟ ਵਿੱਚ ਗਿਆ ਜਾਂ ਨੌਰਥ ਵਿੱਚ ਗਿਆ, ਹੈ ਨਾ, ਡਾਇਰੈਕਸ਼ਨ ਉਹਦੀ ਕਿੱਥੇ ਹੈ। ਇੱਕ ਕੁਐਸਚਨ ਪੁੱਛ ਰਹੇ ਨੇ ਜਿਵੇਂ ਕਿ 5 ਮੀਟਰ ਨੌਰਥ ਗਿਆ ਜੀ, ਫਿਰ 10 ਮੀਟਰ ਲੈਫਟ ਗਿਆ, ਫਿਰ 10 ਮੀਟਰ ਫਿਰ ਰਾਈਟ ਗਿਆ, ਹੁਣ ਦੱਸੋ ਜੀ ਇਹਦਾ ਡਿਸਟੈਂਸ ਕਿੰਨਾ, 12 ਮੀਟਰ ਹੈ, 15 ਮੀਟਰ ਹੈ, 16 ਮੀਟਰ ਹੈ ਨਾ। ਇਸ ਤਰ੍ਹਾਂ 2 ਕੁਐਸਚਨ ਆ ਰਹੇ ਨੇ ਡਾਇਰੈਕਸ਼ਨ 'ਚੋਂ। ਬਲੱਡ ਰਿਲੇਸ਼ਨ 'ਚ 2 ਕੁਐਸਚਨ ਆਏ ਨੇ, ਜਿਵੇਂ ਇੱਕ ਤਾਂ ਪੁਆਇੰਟਿੰਗ ਵਾਲਾ ਹੈ ਕਿ ਇੱਕ ਪਰਸਨ ਪੁਆਇੰਟ ਕਰਕੇ ਕਹਿੰਦਾ ਦੂਜੇ ਪਰਸਨ ਨੂੰ ਕਿ ਉਹ ਫਲਾਣਾ ਮੇਰੀ ਮੰਮੀ ਅਤੇ ਡੈਡੀ ਦਾ ਐਵੇਂ ਕਰਕੇ ਬੇਟਾ ਹੈ, ਤਾਂ ਦੱਸੋ ਉਸ ਦਾ ਉਹਦੇ ਨਾਲ ਕੀ ਰਿਲੇਸ਼ਨ ਹੈ ਨਾ। ਇੱਕ ਤਾਂ ਨੋਰਮਲੀ ਐਵੇਂ ਆ ਰਿਹਾ। ਇੱਕ ਥੋੜ੍ਹਾ ਜਿਹਾ ਘੁਮਾ ਕੇ ਪੁੱਛ ਰਹੇ ਹਾਂ, ਜਿਵੇਂ ਕਿ ਐਮ ਇਜ਼ ਟੀ ਇਜ਼ ਮਦਰ, ਕੇ ਇਜ਼ ਪੀ ਇਜ਼ ਡੈਡ, ਠੀਕ ਹੈ। ਫਿਰ ਨੀਚੇ ਲਿਖਿਆ ਹੁੰਦਾ ਐਸ ਇਜ਼ ਜੇ ਸਨ, ਮਤਲਬ ਅਲੱਗ-ਅਲੱਗ ਟਰਮਾਂ ਦੇ ਕੇ ਬਾਅਦ 'ਚ ਫਿਰ ਰਿਲੇਸ਼ਨ ਪੁੱਛਿਆ ਹੁੰਦਾ ਕਿ ਫਲਾਣਾ ਫਲਾਣੇ ਦਾ ਕੀ ਹੈ। ਤਾਂ ਅਗਰ ਤੁਸੀਂ ਇਹ ਕੁਐਸਚਨ ਸੋਲਵ ਕਰਨਾ ਤਾਂ ਜਿਵੇਂ ਉਹਨਾਂ ਨੇ ਦੱਸਿਆ ਹੋਇਆ ਉਸ ਦੇ ਅਕੋਰਡਿੰਗ ਜਦੋਂ ਤੁਸੀਂ ਬਣਾਈ ਜਾਓਗੇ ਤਾਂ ਉਸ ਦੀ ਇੱਕ ਸਟੇਟਮੈਂਟ ਤਿਆਰ ਹੋ ਜਾਏਗੀ, ਤੁਹਾਨੂੰ ਐਂਡ 'ਚ ਆਨਸਰ ਮਿਲ ਜਾਏਗਾ। ਬਟ ਕਈ ਬੱਚੇ ਕਨਫਿਊਜ਼ ਹੋ ਜਾਂਦੇ ਆ ਕਿ ਸਰ ਇਹਦਾ ਲਿੰਕ ਹੀ ਨਹੀਂ ਬਣ ਰਿਹਾ, ਕਿ ਪਹਿਲਾਂ ਬ੍ਰਦਰ ਦੱਸਿਆ, ਬਾਅਦ 'ਚ ਮੰਮੀ ਪਾਪਾ ਆ ਗਏ, ਫਿਰ ਬਾਅਦ 'ਚ ਕਜ਼ਨ ਦੱਸਿਆ ਹੋਇਆ ਕਿ ਇਹਨਾਂ ਦਾ ਕੋਈ ਲਿੰਕ ਨਹੀਂ ਬਣ ਰਿਹਾ ਆਪਸ 'ਚ ਨਾ। ਤਾਂ ਬੱਚੇ ਕਨਫਿਊਜ਼ ਨਾ ਹੋਏ ਇਸ ਚੀਜ਼ 'ਚ, ਉਹਨਾਂ ਨੇ ਤਾਂ ਕਨਫਿਊਜ਼ ਕਰਨਾ ਕਿਉਂਕਿ ਟਾਈਮ ਕੰਜ਼ਿਊਮਿੰਗ ਪੇਪਰ ਹੈ ਨਾ ਰੀਜ਼ਨਿੰਗ ਦਾ। ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਕੋਡਿੰਗ ਡਿਕੋਡਿੰਗ ਦੀ। ਕੋਡਿੰਗ ਡਿਕੋਡਿੰਗ ਵੀ ਬਹੁਤ ਅੱਛੇ ਲੈਵਲ ਦੀ ਪੁੱਛੀ ਜਾ ਰਹੀ ਹੈ। ਜਿਵੇਂ ਆਪਾਂ ਕਹਿੰਦੇ ਰੈਟ ਇਕੁਅਲ ਟੂ 13, ਮੈਟ ਇਕੁਅਲ ਟੂ 15, ਤਾਂ ਬੈਟ ਇਕੁਅਲ ਟੂ ਕਿੰਨਾ ਹੋਏਗਾ ਨਾ। ਐਵੇਂ ਦੇ ਕੁਐਸਚਨ ਆ ਰਹੇ ਨੇ, ਕੋਡ ਬੇਸ ਕੁਐਸਚਨ ਆ ਰਹੇ ਨੇ। ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਅਲਫਾਬੈਟ ਸੀਰੀਜ਼ ਦੀ ਆ ਰਹੀ ਹੈ। ਜਿਹੜੀ ਅਲਫਾਬੈਟ ਸੀਰੀਜ਼ ਹੈ ਕਾਫੀ ਟਾਈਮ ਕੰਜ਼ਿਊਮਿੰਗ ਹੈ, ਕਿਉਂਕਿ ਇਹਨਾਂ ਨੇ ਕਾਫੀ ਲੈਂਥੀ ਪਾ ਰੱਖੀ ਆ ਉਹ। ਜਿਵੇਂ ਮੈਂ ਲਾਸਟ ਟਾਈਮ ਦੱਸਿਆ ਸੀ ਨਾ ਤੁਹਾਨੂੰ, ਇੱਕ ਕੁਐਸਚਨ ਆਇਆ ਸੀ ਸ਼ਿਫਟ ਦੇ ਵਿੱਚ ਕਿ ਏ 3 ਵਾਰੀ ਸੀਗਾ, ਅਤੇ ਉਸ ਤੋਂ ਬਾਅਦ ਸਪੇਸ ਦੇ ਕੇ ਸੀ ਡੀ, ਫਿਰ ਸਪੇਸ ਦੇ ਕੇ ਜੇ ਐਚ, ਐਵੇਂ ਕਰਕੇ ਸਟੇਟਮੈਂਟ ਬਣਾ ਰੱਖੀ ਸੀ। ਤਾਂ ਉਹਦਾ ਬੱਚੇ ਕਾਫੀ ਕਨਫਿਊਜ਼ ਹੋ ਗਏ ਸੀ, ਕਿਉਂਕਿ ਬੱਚਿਆਂ ਨੂੰ ਉਹਦਾ ਲਿੰਕ ਬਣਾਉਣਾ ਨਹੀਂ ਆ ਰਿਹਾ ਸੀ ਕਿ ਆਪਸ 'ਚ ਉਹਨਾਂ ਦਾ ਕੀ ਲਿੰਕ ਬਣ ਰਿਹਾ। ਅਤੇ ਬੱਚੇ ਇਸ ਚੱਕਰ 'ਚ ਕੁਐਸਚਨ ਛੱਡ ਆਏ ਸੀ, ਜਦ ਕਿ ਕੁਐਸਚਨ ਬਹੁਤ ਈਜ਼ੀ ਸੀ ਅਤੇ ਆਰਾਮ ਨਾਲ ਉਹ ਥੋੜ੍ਹਾ ਜਿਹਾ ਦਿਮਾਗ ਲਾ ਕੇ ਕਰਨ ਵਾਲਾ ਸੀਗਾ। ਅਤੇ ਤੁਸੀਂ ਘਬਰਾਉਣਾ ਨਹੀਂ ਹੈਗਾ, ਤੁਹਾਨੂੰ ਮੈਂ ਸਟ੍ਰੈਟਜੀ ਦੱਸ ਦਿੰਦਾ। ਅਗਰ ਮੰਨ ਲਓ ਤੁਸੀਂ 1 ਘੰਟੇ ਦੇ ਵਿੱਚ, ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਤੁਸੀਂ ਰੀਜ਼ਨਿੰਗ ਅਟੈਂਪਟ ਕਰਨੀ ਹੈ ਪੇਪਰ ਸੈਕਿੰਡ 'ਚ, ਤੁਸੀਂ ਲਗਾ ਲਓ 2 ਘੰਟੇ ਟਾਈਮ ਹੈ ਤੁਹਾਡੇ ਕੋਲ, ਹੈ ਨਾ, ਪੇਪਰ ਦਾ। ਅਤੇ ਪਹਿਲੇ ਘੰਟੇ 'ਚ ਮੰਨ ਲਓ ਤੁਸੀਂ ਰੀਜ਼ਨਿੰਗ ਕਰ ਰਹੇ ਹੋ ਤਾਂ ਤੁਸੀਂ 30 ਕੁਐਸਚਨ ਕਰ ਲਏ, ਕਿਉਂਕਿ ਮੋਸਟਲੀ ਬੱਚੇ 30 ਕੁਐਸਚਨ ਨਹੀਂ ਕਰ ਪਾ ਰਹੇ 1 ਘੰਟੇ ਦੇ ਵਿੱਚ ਨਾ, ਪੇਪਰ ਲੈਂਥੀ ਹੈ ਰੀਜ਼ਨਿੰਗ ਦਾ। ਤਾਂ ਬੱਚਿਆਂ ਦੇ ਮਨ 'ਚ ਡਾਊਟ ਰਹਿ ਜਾਂਦਾ ਕਿ ਯਾਰ 20 ਕੁਐਸਚਨ ਰਹਿ ਗਏ ਮੇਰੇ, ਕਿ ਮੈਨੂੰ ਰੀਜ਼ਨਿੰਗ ਸਾਰੀ ਆਉਂਦੀ ਹੈ, ਮੈਂ ਤਿਆਰੀ ਹੈਗੀ ਹੈ, ਤਾਂ ਮੈਂ ਕਿਵੇਂ ਕਰਾਂ ਰੀਜ਼ਨਿੰਗ। ਤਾਂ ਮੈਂ ਤੁਹਾਨੂੰ ਕਹਾਂਗਾ ਉੱਥੇ ਉਸ ਟਾਈਮ ਕੂਲ ਰਹੋ। ਤੁਹਾਨੂੰ ਪਤਾ ਤੁਹਾਡੇ ਕੋਲ 1 ਘੰਟਾ ਰਹਿ ਗਿਆ ਨਾ, ਅਤੇ ਉਹਦੇ ਵਿੱਚ ਤੁਸੀਂ ਕੀ ਕਰੋ, ਰੀਜ਼ਨਿੰਗ ਉੱਥੇ ਛੱਡ ਦਿਓ। ਛੱਡਣ ਤੋਂ ਬਾਅਦ ਕੰਪਿਊਟਰ ਤੁਸੀਂ ਅਟੈਂਪਟ ਮਾਰੋ, ਕਿਉਂਕਿ ਕੰਪਿਊਟਰ 'ਚ ਕੀ ਹੋਏਗਾ, ਤੁਹਾਨੂੰ ਕੁਐਸਚਨ ਆਉਂਦਾ, ਟਿਕ ਕਰੋਗੇ ਨੈਕਸਟ, ਟਿਕ ਕਰੋਗੇ ਨੈਕਸਟ, ਠੀਕ ਹੈ। ਇੰਗਲਿਸ਼ ਦਾ ਈਜ਼ੀ ਪਾਰਟ ਆ ਰਿਹਾ, ਤੁਸੀਂ ਇਹ ਨਾ ਸੋਚੋ ਐਵਰੇਜ ਬੱਚਾ 20 ਚੋਂ 15 ਨੰਬਰ ਤਾਂ ਲਈ ਜਾ ਰਿਹਾ, ਠੀਕ ਹੈ। ਅਗਰ ਤੁਸੀਂ ਇੱਕ ਸਟ੍ਰੈਟਜੀ ਬਣਾਉਣੀ ਹੈ ਕਿ ਹਾਂ ਮੈਂ 80+ ਸਕੋਰ ਕਰਾਂ, ਤਾਂ 15 ਨੰਬਰ ਤੁਹਾਡੇ ਇੰਗਲਿਸ਼ 'ਚ ਹੋ ਗਏ, 25 ਨੰਬਰ ਦੇ ਵੈਸੇ ਬੰਦਾ ਕਰ ਹੀ ਰਿਹਾ ਨੋਰਮਲੀ, ਆਪਣਾ ਕੰਪਿਊਟਰ 'ਚ ਆ ਰਹੇ ਨੇ, ਠੀਕ ਹੈ। 40 ਨੰਬਰ ਤੁਹਾਡੇ ਹੋ ਗਏ, ਅਤੇ ਤੁਸੀਂ 30 ਕੁਐਸਚਨ ਆਲਰੇਡੀ ਕਰ ਚੁੱਕੇ ਹੋ, 70। ਹੁਣ ਤੁਹਾਡਾ ਟਾਰਗੇਟ ਹੈਗਾ 10+ ਦਾ, ਕਿ ਤੁਸੀਂ 10+ ਹੋਰ ਸਕੋਰ ਕਰਨਾ, ਹੈ ਨਾ। ਤਾਂ ਤੁਸੀਂ ਉਸ ਦੇ ਲਈ ਕੀ ਕਰੋਗੇ, ਜਦੋਂ ਤੁਹਾਡੇ ਕੋਲ 15-20 ਮਿੰਟ ਜਾਂ ਮੰਨ ਲਓ ਤੁਹਾਡੇ ਕੋਲ ਅੱਧਾ ਘੰਟਾ ਹੀ ਬਚ ਜਾਂਦਾ, ਕਿਉਂਕਿ ਅੱਧੇ ਘੰਟੇ 'ਚ ਕੰਪਿਊਟਰ 'ਤੇ ਇੰਗਲਿਸ਼ ਹੋ ਜਾਂਦੀ ਹੈ। ਉਸ ਅੱਧੇ ਘੰਟੇ ਵਿੱਚ ਤੁਸੀਂ ਕੀ ਕਰਨਾ ਹੈ, ਕੁਐਸਚਨ ਚੂਜ਼ ਕਰਨੇ ਨੇ। ਜਿਹੜੇ 20 ਕੁਐਸਚਨ ਰਹਿ ਗਏ ਉਹਨਾਂ 'ਚ ਈਜ਼ੀ ਕੁਐਸਚਨ ਕਿਹੜੇ ਨੇ, ਕਿਉਂਕਿ ਉਸ 'ਚ ਕਾਫੀ ਕੁਐਸਚਨ ਟਾਈਮ ਕੰਜ਼ਿਊਮਿੰਗ ਵਾਲੇ ਹੋਣਗੇ, ਬਾਰ ਗ੍ਰਾਫ, ਲਾਈਨ ਗ੍ਰਾਫ ਦੇ, ਤੁਹਾਨੂੰ ਸਮਝ ਨਹੀਂ ਆਏਗਾ, ਤੁਸੀਂ ਉੱਪਰ ਨੀਚੇ ਸਕਰੀਨ ਕਰੋਗੇ, ਉਹ ਟਾਈਮ ਵੇਸਟਿੰਗ ਹੈ। ਉਸ ਕੁਐਸਚਨ ਨੂੰ ਪਹਿਲਾਂ ਸਕਿਪ ਕਰ ਦਿਓ। ਜੇ ਮੇਰੀ ਗੱਲ ਮੰਨੋ, ਲਾਈਨ ਗ੍ਰਾਫ, ਬਾਰ ਗ੍ਰਾਫ ਨੂੰ ਸਕਿਪ ਕਰ ਦਿਓ। ਜਿਹੜੇ ਨੋਰਮਲੀ ਕੁਐਸਚਨ ਤੁਹਾਡੇ ਈਜ਼ੀਲੀ ਹੋ ਜਾਂਦੇ ਆ ਪਹਿਲਾਂ ਉਹ ਕਰ ਲਓ। ਉਸ ਤੋਂ ਬਾਅਦ ਉਹਨਾਂ ਜਿਹੜਾ ਤੁਹਾਡੇ ਕੋਲ ਟਾਈਮ ਹੈ ਬਚਦਾ,
ਦੈਨ ਤੁਸੀਂ ਉੱਥੇ ਆ ਕੇ ਉਹਨਾਂ ਨੂੰ ਕਰ ਸਕਦੇ ਹੋ। ਹੁਣ ਗੱਲ ਕਰਦੇ ਆਪਾਂ ਨੋਨ ਵਰਬਲ ਦੀ। ਨੋਨ ਵਰਬਲ ਜ਼ਿਆਦਾ ਕੁਐਸਚਨ ਪੁੱਛੇ ਜਾ ਰਹੇ ਨੇ। ਇੰਬੈਡਡ ਪਿਕਚਰ ਦੇ ਕੁਐਸਚਨ ਆ ਰਿਹਾ, ਜਿਵੇਂ ਕਿ ਦੋ ਪਿਕਚਰਾਂ ਬਣਾ ਰੱਖੀਆਂ ਨੇ, ਉਹਦੇ 'ਚ ਰਿਲੇਸ਼ਨ ਦੱਸਿਆ ਹੋਇਆ, ਤਾਂ ਤੀਸਰੀ ਪਿਕਚਰ ਬਣਾ ਕੇ ਚੌਥੀ ਰਿਲੇਸ਼ਨ ਦੇ ਕੁਐਸਚਨ ਮਾਰ ਕੇ ਕਿ ਉਹਨਾਂ ਦਾ ਆਪਸ 'ਚ ਕੀ ਰਿਲੇਸ਼ਨ ਹੋਏਗਾ, ਅੱਗੇ ਕੀ ਰਿਲੇਸ਼ਨ ਬਣ ਸਕਦਾ ਨਾ, ਐਵੇਂ ਦੇ ਕੁਐਸਚਨ ਆ ਰਹੇ ਪਿਕਚਰ ਰਿਲੇਟਡ। ਅਤੇ ਕਈਆਂ ਬੱਚਿਆਂ ਨੂੰ ਤਾਂ ਮਿਰਰ ਇਮੇਜ ਵੀ ਆਈ ਹੈ। ਠੀਕ ਹੈ, ਤੁਸੀਂ ਸਾਰਾ ਕੁਛ ਕਰਕੇ ਜਾਣਾ। ਤੁਹਾਨੂੰ ਮਿਰਰ ਇਮੇਜ ਦਾ ਬੜਾ ਸੌਖਾ ਤਰੀਕਾ ਦੱਸ ਦਿੰਦਾ। ਕਈ ਬੱਚੇ ਉਲਝ ਜਾਂਦੇ ਜੀ ਮਿਰਰ ਇਮੇਜ ਨੂੰ ਕਿਵੇਂ ਕਰੀਏ, ਸਾਨੂੰ ਸਮਝ ਨਹੀਂ ਆ ਰਹੀ। ਸਿੰਪਲ ਤਰੀਕਾ ਬੱਚੋ, ਇੱਕ ਪੇਪਰ ਲੈ ਲਓ, ਤੁਹਾਡੇ ਕੋਲ ਰਫ ਸ਼ੀਟ ਹੁੰਦੀ ਹੈ। ਜਿਵੇਂ ਮੰਨ ਲਓ ਉੱਥੇ ਆ ਗਿਆ ਕਨਵੈਨਸ਼ਨ ਆ ਗਿਆ ਲਿਖਿਆ ਨਾ, ਕਨਵੈਨਸ਼ਨ ਦਾ ਤੁਸੀਂ ਮਿਰਰ ਇਮੇਜ ਦੱਸਣੀ ਹੈ ਕੀ ਬਣੇਗਾ, ਤਾਂ ਤੁਸੀਂ ਕਨਵੈਨਸ਼ਨ ਨੂੰ ਐਜ਼ ਇਟ ਇਜ਼ ਨਾ ਪੇਪਰ 'ਤੇ ਉਤਾਰ ਲਓ, ਪੇਪਰ 'ਤੇ ਲਿਖ ਲਓ ਐਜ਼ ਇਟ ਇਜ਼, ਥੋੜ੍ਹਾ ਡਾਰਕ ਕਰਕੇ। ਠੀਕ ਹੈ, ਜਦੋਂ ਪੇਪਰ ਨੂੰ ਫੋਲਡ ਕਰੋਗੇ ਨਾ, ਜਿਹੜਾ ਉਹਦੀ ਬੈਕ ਸਾਈਡ ਬਣੀ ਹੋਈ ਹੈ ਨਾ, ਉਹ ਮਿਰਰ ਇਮੇਜ ਹੈ। ਸਭ ਤੋਂ ਸੌਖਾ ਤਰੀਕਾ। ਠੀਕ ਹੈ, ਮੈਂ ਉਮੀਦ ਕਰਦਾ ਹੁਣ ਤੁਸੀਂ ਭੁੱਲੋਗੇ ਨਹੀਂ ਇਹ ਚੀਜ਼। ਉਸ ਤੋਂ ਬਾਅਦ ਗੱਲ ਕਰਦੇ ਆਪਾਂ ਐਨਾਲੋਗੀ ਦੀ। ਐਨਾਲੋਗੀ ਦਾ ਇੱਕ ਕੁਐਸਚਨ ਆ ਰਿਹਾ, ਈਜ਼ੀ ਸੀ ਕੁਐਸਚਨ, ਕੋਈ ਜ਼ਿਆਦਾ ਇੰਨੇ ਟਫ ਕੁਐਸਚਨ ਨਹੀਂ ਸੀਗੇ। ਬਟ ਹਾਂ, ਰੀਜ਼ਨਿੰਗ ਲੈਂਥ ਜ਼ਰੂਰ ਆ ਰਹੀ ਹੈ। ਬੱਚੇ ਉਹ ਟਾਈਮ ਕੰਜ਼ਿਊਮਿੰਗ ਆ, ਪੇਪਰ 'ਤੇ ਲਿਖੀ ਜਾ ਰਹੇ ਪੇਪਰ 'ਤੇ। ਕਿਉਂਕਿ ਕੋਈ ਸੋਲਵ ਕਰ ਰਿਹਾ, ਕਿਉਂਕਿ ਕੋਈ ਕੋਡਿੰਗ ਡਿਕੋਡਿੰਗ 'ਚ ਥੋੜ੍ਹਾ ਜਿਹਾ ਪ੍ਰੋਬਲਮ ਆ ਜਾਂਦੀ ਕਈਆਂ ਨੂੰ, ਤਾਂ ਥੋੜ੍ਹਾ ਲੈਂਥੀ ਹੈ, ਪਰ ਟਫ ਨਹੀਂ ਮੈਂ ਕਹਿ ਸਕਦਾ, ਮਤਲਬ ਸੋਲਵ ਹੋ ਰਹੇ ਇਜ਼ੀਲੀ, ਬਟ ਲੈਂਥੀ ਹੈ। ਉਸ ਤੋਂ ਬਾਅਦ ਗੱਲ ਕਰਦਾ ਮੈਂ ਕੰਪਿਊਟਰ ਦੀ। ਕੰਪਿਊਟਰ 'ਚ ਅੱਜ ਇਹਨਾਂ ਨੇ ਕੁਐਸਚਨ ਪੁੱਛਿਆ ਹੈ, ਸਰਚ ਇੰਜਨ ਦੇ ਕੁਐਸਚਨ ਆਏ, ਇੱਕ ਓਪਰੇਟਿੰਗ ਸਿਸਟਮ ਦੇ ਕੁਐਸਚਨ ਪੁੱਛਿਆ ਸੀ ਇਹਨਾਂ ਨੇ, ਨੈਟਵਰਕਿੰਗ ਦੇ ਕੁਐਸਚਨ ਆਏ ਨੇ। ਫੁੱਲ ਫੋਮ ਇਹਨਾਂ ਨੇ ਦੋ ਪੁੱਛੀਆਂ ਸੀਗੀਆਂ। ਇੱਕ ਤਾਂ ਪੁੱਛੀ ਸੀ ਸਿਮ ਦੀ, ਜਿਹੜਾ ਮੋਬਾਈਲ ਦੇ ਵਿੱਚ ਸਿਮ ਪੈਂਦਾ, ਉਸ ਦੀ ਫੁੱਲ ਫੋਮ ਕੀ ਹੈ ਨਾ, ਅਤੇ ਇੱਕ ਇਹਨਾਂ ਨੇ ਸੈਕੰਡਰੀ ਸਟੋਰੇਜ 'ਤੇ ਕੋਈ ਕੁਐਸਚਨ ਪੁੱਛਿਆ ਸੀਗਾ, ਅਤੇ ਮੈਮਰੀਜ਼ 'ਤੇ ਰੈਮ ਐਂਡ ਰੋਮ 'ਤੇ ਕੁਐਸਚਨ ਆਇਆ ਸੀਗਾ। ਅਤੇ MS ਵਰਡ, ਐਕਸਲ, ਪਾਵਰ ਪੁਆਇੰਟ 2019 ਦੇ ਸ਼ੋਰਟਕਟ ਕੀਜ਼ ਮੈਂ ਬਾਰ ਕਹਿੰਦਾ ਆ ਰਿਹਾ। ਫਸਟ ਜਿਹੜੀ ਤੁਹਾਡੀ ਹੋਈ ਸੀਗੀ, ਫਸਟ ਪੇਪਰ 17 ਅਗਸਤ ਨੂੰ ਹੋਇਆ ਸੀਗਾ, ਅਤੇ ਮੈਂ ਉਹਦੇ 'ਚ ਵੀ ਦੱਸਿਆ ਸੀਗਾ ਕਿ ਤੁਹਾਨੂੰ ਫਸਟ ਟਾਈਮ ਇਹ ਆਏ ਨੇ 2019 ਦੇ। ਕਿਉਂਕਿ ਇਹ ਆਈਡੀਆ ਕਿੱਥੋਂ ਲੱਗਿਆ ਸੀ, ਇਹ ਆਈਡੀਆ ਲੱਗਿਆ ਸੀਗਾ ਮੈਨੂੰ ਜਦੋਂ ਮੌਕ ਟੈਸਟ ਪਾਇਆ ਸੀਗਾ, ਤਾਂ ਮੈਂ ਉਸ ਟਾਈਮ ਤੋਂ ਬੱਚਿਆਂ ਨੂੰ ਅਵੇਅਰ ਕਰ ਰਿਹਾ ਸੀ ਕਿ 2019 ਦੇ ਸ਼ੋਰਟਕਟ ਕੀਜ਼ ਕਰ ਲਓ, MS ਆਫਿਸ ਸਾਰੇ ਕੰਪਲੀਟ। ਕਈ ਬੱਚੇ ਕੀ ਕਰ ਰਹੇ ਸੀ, MS ਵਰਡ ਪੜ੍ਹ ਕੇ ਜਾ ਰਹੇ ਸੀ, ਸਰ ਐਕਸਲ ਦਾ ਪੁੱਛਿਆ ਨਹੀਂ, ਪਾਵਰ ਪੁਆਇੰਟ ਦਾ ਪੁੱਛਿਆ ਨਹੀਂ ਸੀ, MS ਵਰਡ ਕਰਕੇ ਜਾ ਰਹੇ ਹਾਂ। ਤਾਂ ਅੱਜ ਇਹਨਾਂ ਨੇ MS ਆਫਿਸ ਦੇ ਪ੍ਰੋਪਰ ਪੁੱਛਿਆ ਸੀ, ਵਰਡ ਦਾ ਹੀ ਪੁੱਛਿਆ ਸੀ, ਐਕਸਲ ਦਾ ਵੀ, ਪਾਵਰ ਪੁਆਇੰਟ ਦਾ ਵੀ। ਕਿਉਂਕਿ ਪਿਛਲੇ ਕੁਛ ਸ਼ਿਫਟਾਂ 'ਚ ਉਹ ਵਰਡ ਦਾ ਪੁੱਛ ਰਹੇ ਸੀ, ਕੁਛ ਸ਼ਿਫਟਾਂ 'ਚ ਉਹਨਾਂ ਨੇ ਪਾਵਰ ਪੁਆਇੰਟ ਦਾ ਪੁੱਛਿਆ ਸੀ। ਜਿਵੇਂ ਕੱਲ੍ਹ ਇਹਨਾਂ ਨੇ ਸਪੈਸ਼ਲੀ ਪਾਵਰ ਪੁਆਇੰਟ ਦਾ ਪੁੱਛਿਆ ਸੀਗਾ, ਅਤੇ ਅੱਜ ਇਹਨਾਂ ਨੇ ਐਕਸਲ, ਪਾਵਰ ਪੁਆਇੰਟ, ਵਰਡ 3 ਤੋਂ 4 ਕੁਐਸਚਨ ਆ ਰਹੇ ਸੀਗੇ। ਅਤੇ ਤੁਸੀਂ ਸ਼ੋਰਟਕਟ ਕੀਜ਼ ਦਾ ਕਰ ਹੀ ਲਓ। ਅਤੇ ਕੰਪਿਊਟਰ ਦਾ ਓਵਰਆਲ ਦੇਖਿਆ ਜਾਵੇ ਤਾਂ 30 ਚੋਂ ਮੈਂ ਲਗਾਵਾਂ ਮਾਰਕਿੰਗ 24 ਤੋਂ 25 ਬੱਚੇ ਆਰਾਮ ਨਾਲ ਈਜ਼ੀਲੀ ਕਰ ਪਾ ਰਹੇ ਸੀਗੇ। ਇੰਗਲਿਸ਼ ਦਾ ਉਹੀ ਸੇਮ ਪੈਟਰਨ ਫੋਲੋ ਹੋ ਰਿਹਾ। ਐਰਰ ਡਿਟੈਕਸ਼ਨ ਦਾ ਇੱਕ ਕੁਐਸਚਨ ਆ ਰਿਹਾ, ਐਂਟੋਨਿਮ ਸਿਨੋਨਿਮਸ 2 ਕੁਐਸਚਨ ਆ ਰਹੇ ਨੇ, ਟਰਾਂਸਲੇਸ਼ਨ 3 ਤੋਂ 4। ਜਿਵੇਂ ਪੰਜਾਬੀ 'ਚ ਇੱਕ ਵਰਡ ਆ, ਉਹਨੂੰ ਇੰਗਲਿਸ਼ 'ਚ ਕਨਵਰਟ ਕਰਨਾ ਹੈ। ਜਿਵੇਂ ਲਾਸਟ ਟਾਈਮ ਇੱਕ ਵਰਡ ਆਇਆ ਸੀ ਨਿਰਦੋਸ਼ ਨੂੰ ਤੁਸੀਂ ਕਨਵਰਟ ਕਰਨਾ ਇੰਗਲਿਸ਼ ਦੇ ਵਿੱਚ, ਤਾਂ ਉਹਦੇ ਆਪਸ਼ਨਾਂ ਸੀਗੀਆਂ ਕ੍ਰਾਈਮ, ਕ੍ਰਾਈਮਲੈਸ, ਕ੍ਰਾਈਮ ਵੇਵਰ, ਕ੍ਰਾਈਮ ਸਨ, ਹੈ ਨਾ। ਅਤੇ ਇਸ ਤਰ੍ਹਾਂ ਦੀ ਆਪਸ਼ਨਾਂ ਸੀਗੀਆਂ, ਅਤੇ ਤੁਸੀਂ ਉਹਨਾਂ 'ਚ ਇੱਕ ਚੀਜ਼ ਚੂਜ਼ ਕਰਨੀ ਸੀਗੀ। ਜਿਵੇਂ ਆਪਾਂ ਕਹਿੰਦੇ ਕ੍ਰਾਈਮਲੈਸ ਨਾ, ਕ੍ਰਾਈਮ ਤੋਂ ਫਰੀ। ਇੱਕ ਕ੍ਰਾਈਮ ਵੇਵਰ ਸੀ, ਉਹ ਤਾਂ ਕੁਛ ਬਣ ਨਹੀਂ ਰਿਹਾ ਸੀਗਾ, ਅਤੇ ਕ੍ਰਾਈਮ ਸਨ ਤਾਂ ਕੁਛ ਮੀਨਿੰਗ ਨਹੀਂ ਬਣ ਰਿਹਾ ਸੀ ਇਹਦਾ, ਇਸ ਦੇ ਰਿਲੇਟਡ ਕੋਈ ਹੈ ਨਾ। ਇੱਕ ਕ੍ਰਾਈਮ ਸੀ, ਕ੍ਰਾਈਮ ਤਾਂ ਹੈ ਹੁੰਦਾ ਹੀ ਵੈਸੇ ਜੁਰਮ ਹੈ ਨਾ, ਅਤੇ ਨਿਰਦੋਸ਼ ਦਾ ਪੁੱਛਿਆ ਸੀ ਤਾਂ ਉਹਦਾ ਕ੍ਰਾਈਮਲੈਸ ਬਣ ਰਿਹਾ ਸੀਗਾ। ਅਤੇ ਉਸ ਤੋਂ ਬਾਅਦ ਇਹਨਾਂ ਨੇ ਪੈਰਾ ਜੰਬਲ ਕੁਐਸਚਨ ਪਾ ਰੱਖਿਆ ਸੀ ਕਿ ਇੱਕ ਸਟੇਟਮੈਂਟ ਦੇ ਕੇ ਛੋਟੀ ਜਿਹੀ ਅੱਗੇ PQRS ਤੁਸੀਂ ਉਹਦੀ ਪ੍ਰੋਪਰ ਉਹਦੀ ਸੈਂਟੈਂਸ ਨੂੰ ਅਰੇਂਜ ਕਰਨਾ ਸੀਗਾ, ਅਤੇ ਇਹ ਪੈਰਾ ਜੰਬਲ ਇਸ ਤਰ੍ਹਾਂ ਦੇ ਆ ਰਹੇ ਸੀ। 2 ਕੁਐਸਚਨ ਆਏ ਸੀਗੇ। ਫਿਲਿੰਗ ਦੇ ਬਲੈਂਕਸ 2 ਤੋਂ 3 ਕੁਐਸਚਨ ਆਏ ਸੀ ਇਹਨਾਂ ਦੇ, ਕਿ ਕੋਈ ਪੈਰਾਗ੍ਰਾਫ ਦੇ ਕੇ ਅੰਡਰਲਾਈਨ ਕਰਕੇ ਨੀਚੋਂ ਫਿਲਿੰਗ ਦੀ ਬਲੈਂਕਸ ਪੁੱਛਿਆ ਸੀਗਾ ਕਿ ਪ੍ਰੈਪੋਜੀਸ਼ਨ ਬੇਸ ਹੈ ਜਾਂ ਆਰਟੀਕਲ ਬੇਸ ਹੈ ਨਾ। ਅਤੇ ਉਸ ਤੋਂ ਬਾਅਦ ਰੀਡਿੰਗ ਕੰਪਰੀਹੈਂਸ਼ਨ 5 ਨੰਬਰ ਦਾ ਸੀਗਾ, ਜਿਨ੍ਹਾਂ 'ਚੋਂ 3 ਤੋਂ 4 ਕੁਐਸਚਨ ਈਜ਼ੀ ਸੀਗੇ, ਇੱਕ ਕੁਐਸਚਨ ਥੋੜ੍ਹਾ ਜਿਹਾ ਡਿਫੀਕਲਟ ਸੀਗਾ। ਕਈ ਵਾਰੀ ਨਾ ਜਿਵੇਂ ਟਾਈਟਲ ਮੰਗ ਲੈਂਦੇ ਆ ਕਿ ਜਿਹੜੇ ਜਿਵੇਂ ਤੁਹਾਡਾ ਪੈਰਾਗ੍ਰਾਫ ਹੈ ਇਹਦਾ ਟਾਈਟਲ ਕੀ ਬਣਦਾ ਦੱਸੋ ਜੀ, ਹੈ ਨਾ, ਐਵੇਂ ਦਾ ਕੁਐਸਚਨ ਆ ਜਾਂਦਾ। ਅਤੇ ਆਲਮੋਸਟ ਇੰਗਲਿਸ਼ ਦੇਖਿਆ ਜਾਵੇ 20 ਚੋਂ ਬੱਚੇ 16 ਤੋਂ 17 ਤੱਕ ਬੱਚੇ ਕਰ ਹੀ ਰਹੇ ਨੇ। ਅਤੇ ਜ਼ਿਆਦਾਤਰ ਬੱਚਿਆਂ ਨੂੰ ਡਿਫੀਕਲਟੀ ਕਿੱਥੇ ਆ ਰਹੀ ਹੈ, ਇੱਕ ਤਾਂ ਬੱਚਿਆਂ ਨੂੰ ਡਿਫੀਕਲਟੀ ਆ ਰਹੀ ਹੈ GK ਦੇ ਵਿੱਚ ਸਭ ਤੋਂ ਜ਼ਿਆਦਾ, ਪੇਪਰ 1 ਦੇ ਵਿੱਚ। ਪੇਪਰ 2 'ਚ ਮੈਂ ਹੁਣ ਦੇਖ ਰਿਹਾ ਸੀ, ਮੈਂ ਹੁਣ ਰਿਵਿਊ ਪਾ ਰਿਹਾ ਸੀਗਾ, ਤਾਂ ਕਈ ਬੱਚਿਆਂ ਦੇ ਮੈਸੇਜ ਸਾਡੇ ਤਾਂ 35 ਅਟੈਂਪਟ ਹੋਏ ਆ ਜੀ। ਤਾਂ ਬੱਚੇ ਤੁਸੀਂ ਉੱਥੇ ਨਾ ਟਾਈਮ ਨੂੰ ਮੈਨੇਜ ਨਹੀਂ ਕਰ ਪਾਏ, ਕਿਉਂਕਿ ਕੁਛ ਬੱਚੇ ਕੀ ਕਰਦੇ, ਇਹਨਾਂ ਨੂੰ ਪਤਾ ਕਿ ਸਾਡੀ ਰੀਜ਼ਨਿੰਗ ਸਟਰੋਂਗ ਹੈ, ਤਾਂ ਉਹ ਰੀਜ਼ਨਿੰਗ 'ਤੇ ਬੈਠੇ ਰਹਿੰਦੇ ਨੇ।
ਕਿ ਸਾਡਾ 1.5 ਘੰਟਾ ਰੀਜ਼ਨਿੰਗ ਕਰਨੀ ਹੈ। ਮੈਂ ਤੁਹਾਨੂੰ ਕਿਹਾ 1 ਘੰਟਾ ਰੀਜ਼ਨਿੰਗ ਦਿਓ, 1 ਘੰਟੇ ਛੱਡ ਦਿਓ, ਉਸ ਤੋਂ ਬਾਅਦ ਜਿੰਨੇ ਹੋ ਗਏ ਫਿਰ ਤੁਸੀਂ ਕੰਪਿਊਟਰ 'ਤੇ ਇੰਗਲਿਸ਼ ਸੈਕਸ਼ਨ ਕਰ ਲਓ, ਠੀਕ ਹੈ। ਅੱਧੇ ਘੰਟੇ ਦੇ ਵਿੱਚ ਜਿਹੜਾ ਅੱਧਾ ਘੰਟਾ ਜਾਂ 20 ਮਿੰਟ ਤੁਹਾਡੇ ਕੋਲ ਬਚਦੇ ਨੇ ਬਾਅਦ ਦੇ ਵਿੱਚ, ਉਸ ਟਾਈਮ ਤੁਸੀਂ ਰੀਜ਼ਨਿੰਗ ਦੇ ਉਹ ਕੁਐਸਚਨ ਫੜੋ ਜਿਹੜੇ ਦਿਮਾਗ 'ਚ ਸਟਕ ਕਰ ਰਹੇ ਨੇ ਕਿ ਯਾਰ ਇਹਦਾ ਨਹੀਂ, ਇਹ ਹੋ ਸਕਦਾ। ਸਮਝ ਰਹੇ ਪੁਆਇੰਟ ਮੇਰਾ? ਤਾਂ ਤੁਸੀਂ ਐਵੇਂ ਕੁਐਸਚਨ ਸੋਲਵ ਕਰ ਸਕਦੇ ਹੋ। ਸਭ ਤੋਂ ਈਜ਼ੀ ਮੈਥਡ ਤਾਂ ਇਹੀ ਹੈ ਮੇਰੇ ਅਕੋਰਡਿੰਗਲੀ। ਅਤੇ ਕਿਉਂਕਿ ਇੱਕ ਕੁਐਸਚਨ 'ਤੇ ਜ਼ਿਆਦਾ ਟਾਈਮ ਨਾ ਲਗਾਓ। ਅਗਰ ਤੁਹਾਨੂੰ ਲੱਗਦਾ ਕਿ ਕੁਐਸਚਨ ਮੈਂ ਆਉਂਦਾ, ਮੈਂ ਕਰ ਸਕਦਾ, ਤਾਂ ਉਸਨੂੰ ਉਸ ਟਾਈਮ ਸਕਿਪ ਕਰ ਦਿਓ ਥੋੜ੍ਹੇ ਟਾਈਮ ਲਈ। ਕਈ ਵਾਰ ਕੀ ਹੁੰਦਾ ਨਾ, ਜਦੋਂ ਆਪਾਂ ਉਸ ਕੁਐਸਚਨ ਉਸ ਟਾਈਮ ਸਕਿਪ ਕਰਕੇ ਅੱਗੇ ਚਲੇ ਜਾਂਦੇ ਹਾਂ ਤਾਂ ਬਾਅਦ ਦੇ ਵਿੱਚ ਕਦੇ ਨਾ ਕਦੇ ਮਾਈਂਡ 'ਚ ਆ ਜਾਂਦਾ, ਹਾਂ ਯਾਰ ਇਹਦਾ ਕੁਐਸਚਨ ਆਨਸਰ ਇਹ ਹੋਣਾ ਚਾਹੀਦਾ, ਠੀਕ ਹੈ। ਬਾਕੀ ਉਮੀਦ ਕਰਦਾ ਤੁਸੀਂ ਪੇਪਰ ਵਧੀਆ ਕਰਕੇ ਆਏ ਹੋਵੋਗੇ। ਅਤੇ ਬਾਕੀ ਜਿਨ੍ਹਾਂ ਦੇ ਪੇਪਰ ਰਹਿੰਦੇ ਨੇ 23 ਅਤੇ 24, ਕੱਲ੍ਹ ਅਤੇ ਪਰਸੋਂ 2 ਦਿਨ ਪੇਪਰ ਹੋਣੇ ਨੇ, ਅਤੇ ਜ਼ੋਰ ਲਗਾ ਦਿਓ। ਹੁਣ ਤੁਹਾਡੇ ਕੋਲ ਮਟੀਰੀਅਲ ਇਕੱਠਾ ਹੋ ਗਿਆ, ਮੈंने ਇੰਨੀਆਂ ਵੀਡੀਓਜ਼ ਪਾਤੀਆਂ ਇਸ 'ਤੇ ਕਿ ਕੀ ਤੁਹਾਨੂੰ ਆ ਰਿਹਾ, ਅਤੇ ਉਹ ਤਾਂ ਤੁਸੀਂ ਪੱਕਾ ਪੜ੍ਹ ਕੇ ਹੀ ਜਾਣਾ, ਠੀਕ ਹੈ। ਅਗਰ ਉਸ ਤੋਂ ਤੁਸੀਂ ਐਕਸਟਰਾ ਕਰ ਸਕਦੇ ਹੋ ਵੈਲ ਐਂਡ ਗੁੱਡ ਹੈ, ਬਟ ਜਿੰਨਾ ਤੁਹਾਨੂੰ ਦੱਸਿਆ ਉਹ ਤਾਂ ਪੜ੍ਹ ਕੇ ਜਾਣਾ ਤੁਸੀਂ, ਹੈ ਨਾ। ਕੋਸ਼ਿਸ਼ ਕਰੋ ਜਿਹੜੀਆਂ ਬੁੱਕਸ ਐਂਡ ਔਥਰ ਦੀਆਂ ਆਈਆਂ ਨਾ, ਇੱਕ ਤਾਂ ਸਾਡਾ ਪੰਜਾਬ ਚੱਕ ਲਓ। ਸਾਡਾ ਪੰਜਾਬ ਜਿੰਨੇ ਆਪਣੇ ਪੰਜਾਬ ਦੇ ਰਾਈਟਰ ਨੇ ਸਾਰਿਆਂ ਦੀ ਇੱਕ ਵਾਰੀ ਬੁੱਕਸ ਪੜ੍ਹ ਲਓ, ਕਿਉਂਕਿ ਪਿੱਛੇ ਹੁਣ ਸ਼ਾਇਦ ਕੱਲ੍ਹ ਦੀ ਗੱਲ ਹੈ, ਕੱਲ੍ਹ ਇਹਨਾਂ ਨੇ ਉਹ ਪੁੱਛਿਆ ਸੀਗਾ ਅੰਮ੍ਰਿਤਾ ਪ੍ਰੀਤਮ ਦਾ ਕੋਈ ਕੁਐਸਚਨ ਆਇਆ ਸੀ ਕੋਈ ਬੁੱਕ ਦਾ ਨਾ, ਅਤੇ ਉਹਨਾਂ ਦੀ ਬੁੱਕਸ ਸਾਰੀਆਂ ਪੜ੍ਹ ਹੀ ਲਓ। ਵੀਰ ਸਿੰਘ ਦੀ ਬੁੱਕ ਪੜ੍ਹ ਲਓ, ਨਾਨਕ ਸਿੰਘ ਦੀ ਬੁੱਕ ਪੜ੍ਹ ਲਓ, ਖੁਸ਼ਵੰਤ ਸਿੰਘ ਜੀ ਦੀ ਬੁੱਕ ਪੜ੍ਹ ਲਓ, ਠੀਕ ਹੈ। ਅੰਮ੍ਰਿਤਾ ਪ੍ਰੀਤਮ ਜੀ ਦੀ, ਗੁਰਦਿਆਲ ਸਿੰਘ ਜੀ ਦੀ, ਸਾਰਿਆਂ ਦੀ ਬੁੱਕਸ ਇੱਕ ਵਾਰੀ ਤੁਸੀਂ ਰੀਡ ਆਊਟ ਕਰ ਲਓ ਕਿ ਅਗਰ ਕੋਈ ਕੁਐਸਚਨ ਆਵੇ। ਹਾਂ, ਇੱਕ ਕੁਐਸਚਨ ਕਹਿ ਰਹੇ ਸੀਗੇ, ਮੇਰੇ ਮਾਈਂਡ 'ਚ ਸਟਕ ਕਰ ਰਿਹਾ ਕੁਐਸਚਨ, ਉਹ ਸ਼ਾਇਦ ਰਸੀਦੀ ਟਿਕਟ ਬਾਰੇ ਗੱਲ ਹੋ ਰਹੀ ਸੀਗੀ, ਕੁਛ ਐਵੇਂ ਦਾ ਕੁਐਸਚਨ ਸੀਗਾ ਕਿ ਉਹ ਕਿਹਨਾਂ ਦੀ ਲਿਖੀ ਹੋਈ ਹੈ ਨਾ, ਤਾਂ ਉਹ ਅੰਮ੍ਰਿਤਾ ਪ੍ਰੀਤਮ ਜੀ ਦੀ ਲਿਖੀ ਹੋਈ ਹੈ ਉਹ। ਅਤੇ ਬਾਕੀ ਤੁਸੀਂ ਜਿਹੜੇ ਬੁੱਕਸ ਐਂਡ ਔਥਰ ਹੈ ਨਾ, ਜਿਹੜੇ ਹਿਸਟਰੀ ਦੇ ਰਾਈਟਰ ਰਹੇ ਨਾ ਪੁਰਾਣੇ, ਜਿਵੇਂ ਕਿ ਬਾਬਰ ਰਿਹਾ, ਜਿਵੇਂ ਹਿਮਾਯੂ ਰਿਹਾ, ਹੈ ਨਾ, ਇਹਨਾਂ ਦੇ ਜੋ ਬੁੱਕਸ ਲਿਖੀਆਂ ਹੋਈਆਂ ਨੇ ਜਾਂ ਇਹਨਾਂ ਦੇ ਅੱਗੇ ਜੋ ਵੀ ਇਹਨਾਂ ਨੇ ਆਰਟ ਐਂਡ ਕਲਚਰ ਦਾ ਕੰਮ ਕੀਤਾ, ਉਹ ਸਾਰੇ ਇੱਕ ਵਾਰ ਰੀਡ ਕਰ ਲਿਓ, ਕਿਉਂਕਿ ਇਹ ਜ਼ਿਆਦਾਤਰ ਇਹੀ ਕੁਐਸਚਨ ਪੁੱਛ ਰਹੇ ਨੇ। ਮੋਡਰਨ ਹਿਸਟਰੀ 'ਚ ਤਾਂ ਬਹੁਤ ਘੱਟ ਕੁਐਸਚਨ ਆ ਰਹੇ ਨੇ, ਅਤੇ ਜ਼ਿਆਦਾਤਰ ਮੈਡੀਵਲ ਹਿਸਟਰੀ ਪੁੱਛ ਰਹੇ ਨੇ। ਹੁਣ ਇਸ ਵਾਰੀ ਮੋਡਰਨ ਹਿਸਟਰੀ ਇੱਕ ਕੁਐਸਚਨ ਆਇਆ ਸੀ, ਉਹ ਵੀ ਕਾਂਗਰਸ ਪਾਰਟੀ ਬਾਰੇ ਆਇਆ ਸੀਗਾ। ਆਪਾਂ ਨੂੰ ਉਮੀਦ ਸੀ ਕਿ ਮਹਾਤਮਾ ਗਾਂਧੀ ਜਾਂ ਭਗਤ ਸਿੰਘ 'ਤੇ ਜਾਂ ਕੋਈ ਇਹਨਾਂ ਦੀ ਕੋਈ ਮੂਵਮੈਂਟ 'ਤੇ ਕੋਈ ਇਸ ਤਰ੍ਹਾਂ ਦਾ ਕੁਐਸਚਨ ਆਏਗਾ, ਬਟ ਹਾਲੇ ਤੱਕ ਦੇਖਣ ਨੂੰ ਮਿਲਿਆ ਨਹੀਂ। ਹੋ ਸਕਦਾ ਨੈਕਸਟ ਦੀ 23 ਅਤੇ 24 ਸ਼ਿਫਟ 'ਚ ਦੇਖਣ ਨੂੰ ਮਿਲ ਸਕਦਾ ਕਿ ਸ਼ਾਇਦ 1857 ਰਿਵੋਲਟ ਆਫ 1857 ਸ਼ਾਇਦ ਪਾ ਸਕਦੇ ਨੇ, ਜਾਂ ਫਿਰ ਵਰਲਡ ਵਾਰ ਦਾ ਆ ਸਕਦਾ। ਅਤੇ ਬਾਕੀ ਉਮੀਦ ਕਰਦਾ ਕਿ ਸਾਰੇ ਵਧੀਆ ਹੋਣਗੇ ਅਤੇ ਅੱਗੇ ਆਪਣਾ ਪੇਪਰ ਵਧੀਆ ਦੇਣਗੇ। ਬੈਸਟ ਆਫ ਲੱਕ।